ਸਟੂਡੈਂਟਸ CEP 2025-26 ਦੇ ਵਿੱਚ ਕਲਾਸ 10th ਮੈਥਮੈਟਿਕਸ ਸਬਜੈਕਟ ਦੇ ਲਈ ਵਰਕਸ਼ੀਟ 2 ਆ ਚੁੱਕੀ ਹੈ। ਇਸ ਦੇ ਵਿੱਚ ਜੋ ਆਪਾਂ ਕੰਪੀਟੈਂਸੀ ਯੂਜ਼ਡ ਕਰ ਰਹੇ ਹਾਂ ਉਹਦੇ ਵਿੱਚ ਤੁਸੀਂ ਕੌਂਗਰੂਐਂਸ ਦੇ ਬਾਰੇ ਪੜ੍ਹੋਗੇ, ਸਿਮਿਲੈਰਿਟੀ ਦੇ ਬਾਰੇ ਪੜ੍ਹੋਗੇ, ਬੇਸਿਕ ਪ੍ਰਿੰਸੀਪਲਸ ਨੂੰ ਸਿੱਖੋਗੇ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਫਸਟ ਕੁਐਸਚਨ, ਜੇ ਟ੍ਰਾਇੰਗਲ ABC ਕੌਂਗਰੂਐਂਟ ਹੈ ਟ੍ਰਾਇੰਗਲ PQR ਦੇ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ। ਨਾਲ ਨਾਲ ਬੇਟਾ ਮੈਂ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਕਵਰ ਕਰਾਂਗੀ, ਤਾਂ ਇੰਗਲਿਸ਼ ਮੀਡੀਅਮ ਦੇ ਬੱਚੇ ਵੀ ਨਾਲ ਨਾਲ ਨੋਟ ਕਰ ਸਕਦੇ ਨੇ। ਅਗਰ ਤੁਸੀਂ ਇੱਥੇ ਮੈਚ ਕਰਨਾ ਚਾਹੋ ਤਾਂ ਐਂਗਲ A ਜਿਹੜਾ ਹੈ ਉਹ ਐਂਗਲ P ਦੇ ਬਰਾਬਰ ਹੋਏਗਾ, B ਜਿਹੜਾ ਹੈ ਉਹ Q ਦੇ ਬਰਾਬਰ ਹੋਏਗਾ ਔਰ C ਜੋ ਹੈ ਉਹ R ਦੇ ਬਰਾਬਰ ਹੋਵੇਗਾ। ਤਾਂ ਇਹਦੇ ਵਿੱਚ ਆਪਾਂ ਦੇਖੀਏ ਕਿਹੜਾ ਕਨਸੈਪਟ ਠੀਕ ਹੈ। A ਜਿਹੜਾ ਹੈ ਉਹ P ਨੂੰ ਕੋਰਸਪੋਂਡ ਕਰ ਰਿਹਾ ਹੈ। ਤੁਹਾਨੂੰ ਪਤਾ ਹੈ ਕਿ ਦੋ ਟ੍ਰਾਇੰਗਲਸ ਅਗਰ ਕੌਂਗਰੂਐਂਟ ਨੇ ਤਾਂ ਉਹਨਾਂ ਦੇ ਜਿਹੜੇ ਕੋਰਸਪੋਂਡਿੰਗ ਐਂਗਲਸ ਨੇ, ਸੰਗਤ ਜਿਹੜੇ ਕੋਣ ਨੇ ਉਹ ਆਪਸ ਦੇ ਵਿੱਚ ਕੀ ਹੋਣਗੇ, ਬਰਾਬਰ ਹੋਣਗੇ ਔਰ ਸੰਗਤ ਭੁਜਾਵਾਂ ਵੀ ਆਪਸ ਵਿੱਚ ਬਰਾਬਰ ਹੋਣਗੀਆਂ। ਇਹਦਾ ਮਤਲਬ ਅਗਰ ਆਪਾਂ AB ਭੁਜਾ ਦੀ ਗੱਲ ਕਰੀਏ ਤਾਂ PQ ਭੁਜਾ ਦੇ ਬਰਾਬਰ ਹੋਊਗੀ ਔਰ BC ਭੁਜਾ ਜਿਹੜੀ ਹੈ ਉਹ QR ਭੁਜਾ ਦੇ ਬਰਾਬਰ ਹੋਊਗੀ। AC ਭੁਜਾ AC ਸਾਈਡ PR ਸਾਈਡ ਦੇ ਇਕੁਅਲ ਹੋਵੇਗੀ। ਕੁਐਸਚਨ ਨੰਬਰ 2, ਸਾਰੇ ਚੱਕਰ ਕੀ ਹੁੰਦੇ ਨੇ, ਸਮਰੂਪ ਹੁੰਦੇ ਹਨ, ਸਿਮਿਲਰ ਹੁੰਦੇ ਹਨ। ਕਿਉਂ? ਕਿਉਂਕਿ ਉਹਨਾਂ ਦੀ ਸ਼ੇਪ ਜੋ ਹੈ ਉਹ ਸੇਮ ਹੁੰਦੀ ਹੈ। ਆਹ ਦੋ ਚੱਕਰ ਹੋ ਗਏ ਸੇਮ, ਇਹਨਾਂ ਦੀ ਸ਼ੇਪ ਸੇਮ ਹੈ, ਇਹਨਾਂ ਦਾ ਆਕਾਰ ਸੇਮ ਹੈ, ਇਸ ਲਈ ਸਿਮਿਲਰ ਨੇ, ਸਮਰੂਪ ਹਨ। ਸਾਰੇ ਡੈਸ਼ ਤ੍ਰਿਭੁਜ ਸਮਰੂਪ ਹੁੰਦੇ ਹਨ। ਸਮਭੁਜੀ ਜਿਨ੍ਹਾਂ ਦੀ ਭੁਜਾਵਾਂ ਸਾਰੀਆਂ ਬਰਾਬਰ ਹੋਣ, ਜਿਹੜੇ ਸਕੇਲੀਨ ਟ੍ਰਾਇੰਗਲਸ ਹੁੰਦੇ ਨੇ ਉਹਨਾਂ ਦੀ ਤਿੰਨੋਂ ਭੁਜਾਵਾਂ ਅਲੱਗ-ਅਲੱਗ ਹੋਣਗੀਆਂ ਤੇ ਉਹ ਤਾਂ ਸਮਰੂਪ ਹੋ ਨਹੀਂ ਸਕਦੇ ਹੈਗੇ। ਜੋ ਸਮਕੋਣੀ ਤਿਕੋਣ ਹੋਣਗੇ, ਇੱਕ ਕੋਣ ਤਾਂ ਬਰਾਬਰ ਹੋਊਗਾ ਲੇਕਿਨ ਬਾਕੀ ਕੋਣਾਂ ਬਾਰੇ ਕੁਝ ਨਹੀਂ ਕਹਿ ਸਕਦੇ, ਤੇ ਇਸ ਲਈ ਉਹਨਾਂ ਦੀ ਵੀ ਸਿਮਿਲੈਰਿਟੀ ਜਾਂ ਸਮਰੂਪਤਾ ਬਾਰੇ ਆਪਾਂ ਨਹੀਂ ਦੱਸ ਸਕਦੇ। ਦੋ ਸਮਦੋਭੁਜੀ ਤਿਕੋਣਾਂ ਹੋਣਗੀਆਂ, ਉਹਨਾਂ ਦੇ ਆਪਸ ਵਿੱਚ ਦੋ ਭੁਜਾਵਾਂ ਤਾਂ ਬਰਾਬਰ ਹੋਣਗੀਆਂ, ਬਟ ਸਮਦੋਭੁਜੀ ਆਹ ਦੋ ਭੁਜਾਵਾਂ ਤਾਂ ਬਰਾਬਰ ਹੋਣਗੀਆਂ, ਇਧਰੋਂ ਇਹਨਾਂ ਦੀ ਵੀ ਦੋ ਭੁਜਾਵਾਂ ਆਪਸ 'ਚ ਬਰਾਬਰ ਹੋਣਗੀਆਂ। ਤਿਕੋਣ ਦੀ ਆਪਸ 'ਚ ਭੁਜਾਵਾਂ ਬਰਾਬਰ ਨੇ, ਬਟ ਇਹਨਾਂ ਦੋਨਾਂ ਤਿਕੋਣਾਂ ਦੀ ਗੱਲ ਕਰੀਏ ਤਾਂ ਭੁਜਾਵਾਂ ਬਰਾਬਰ ਹੋਣ, ਸੇਮ ਪ੍ਰਪੋਰਸ਼ਨ ਦੀਆਂ ਹੋਣ, ਇਹਦੀ ਕੋਈ ਗਾਰੰਟੀ ਨਹੀਂ ਹੈਗੀ। ਸਮਭੁਜੀ ਜਿਹੜੇ ਤਿਕੋਣ ਹੁੰਦੇ ਨੇ, ਸਮਭੁਜੀ ਤਿਕੋਣ ਮਤਲਬ ਇਕੁਇਲੇਟਰਲ ਟ੍ਰਾਇੰਗਲ, ਤਾਂ ਤਿੰਨੋਂ ਭੁਜਾਵਾਂ ਬਰਾਬਰ ਹੋ ਗਈਆਂ ਆਪਸ 'ਚ ਔਰ ਇਧਰੋਂ ਇਸ ਤਿਕੋਣ ਦੀ ਵੀ ਤਿੰਨੋਂ ਭੁਜਾਵਾਂ ਆਪਸ 'ਚ ਬਰਾਬਰ ਹੋ ਗਈਆਂ। ਹੁਣ ਇਹਨਾਂ ਦੀ ਕੋਣਾਂ ਦੀ ਗੱਲ ਕਰੀਏ ਤਾਂ ਇਹ ਕੋਣ 60-60 ਡਿਗਰੀ ਦੇ ਹੋਣਗੇ, ਆ ਵੀ 60, ਇਧਰੋਂ ਵੀ 60, 60 ਤੇ 60 ਹੋਣਗੇ। ਇਹਦਾ ਮਤਲਬ ਇਹ ਤਿਕੋਣ ਆਪਸ ਵਿੱਚ ਕੀ ਹੋਣਗੇ, ਬਰਾਬਰ। ਤਾਂ ਇੱਥੇ ਐਂਗਲ ਸਮਰੂਪਤਾ ਸਿਮਿਲੈਰਿਟੀ ਦੀ ਪ੍ਰੋਪਰਟੀ ਲੱਗ ਜਾਂਦੀ ਹੈ ਤੇ ਇਹ ਟ੍ਰਾਇੰਗਲਸ ਕੀ ਹੋਣਗੇ, ਸਮਰੂਪ ਹੋਣਗੇ। ਨੈਕਸਟ ਕੁਐਸਚਨ, ਭੁਜਾਵਾਂ ਦੇ ਇੱਕ ਸਮਾਨ ਸੰਖਿਆ ਵਾਲੇ ਦੋ ਬਹੁਭੁਜ ਸਮਰੂਪ ਹੁੰਦੇ ਹਨ ਜੇਕਰ ਉਹਨਾਂ ਦੇ ਸੰਗਤ ਕੋਣ ਡੈਸ਼ ਹੋਣ। ਦੋ ਬਹੁਭੁਜਾਂ ਦੀ ਗੱਲ ਕਰ ਰਹੇ ਬੇਟਾ, ਮੰਨ ਲਓ ਆਪਾਂ ਟ੍ਰਾਇੰਗਲਸ ਹੀ ਲੈ ਲਈਏ ਤਾਂ ਆ ਇਹਦੀਆਂ ਵੀ ਤਿੰਨ ਸਾਈਡਸ ਨੇ ਔਰ ਇਹਦੀਆਂ ਵੀ ਤਿੰਨ ਸਾਈਡਸ ਨੇ। ਕੋਈ ਆਪਾਂ ਦੋ ਜਨਰਲ ਟ੍ਰਾਇੰਗਲਸ ਲੈ ਲਈਆਂ, ਉਹ ਕਹਿੰਦਾ ਕਦੋਂ ਸਮਰੂਪ ਹੋਣਗੇ, ਜੇ ਇਹਨਾਂ ਦੇ ਸੰਗਤ ਕੋਣ ਆਪਸ ਵਿੱਚ ਕੀ ਹੋ ਜਾਣ, ਬਰਾਬਰ ਹੋ ਜਾਣ। ਹੁਣੇ ਆਪਾਂ ਗੱਲ ਕੀਤੀ ਹੈ ਐਂਗਲ ਸਿਮਿਲੈਰਿਟੀ, ਬਟ ਇਹ ਕਿਸੇ ਵੀ ਬਹੁਭੁਜ ਲਈ ਐਪਲੀਕੇਬਲ ਹੈ ਕਿ ਉਹਨਾਂ ਦੇ ਅੰਦਰ ਐਂਗਲਸ ਬਰਾਬਰ ਹੋ ਜਾਣ। ਕੁਐਸਚਨ ਨੰਬਰ 5, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ। ਤਾਂ ਇਹ ਲਾਸਟ ਵਾਲੀ ਸਟੇਟਮੈਂਟ ਬੇਟਾ ਗਲਤ ਹੈ। ਇੱਕੋ ਖੇਤਰਫਲ ਦਾ ਇੱਕ ਵਰਗ ਅਤੇ ਸਮਭੁਜ ਹਮੇਸ਼ਾ ਇੱਕੋ ਜਿਹੇ ਹੁੰਦੇ ਹਨ। ਕੁਐਸਚਨ 6 ਨੂੰ ਦੇਖਦੇ ਹਾਂ ਆਪਾਂ। ਦਿੱਤੇ ਗਏ ਤਿਕੋਣ ABC ਵਿੱਚ DE BC ਦੇ ਪੈਰਲਲ ਹੈ। ਜੇ AD 2 ਸੈਂਟੀਮੀਟਰ, AB 5 ਸੈਂਟੀਮੀਟਰ, BC 7.5 ਤੇ DE ਦਾ ਮੁੱਲ ਪਤਾ ਕਰੋ। ਤਾਂ ਇਹਦੀ ਬੇਟਾ ਆਪਾਂ ਫਿਗਰ ਡਰਾ ਕਰ ਲੈਂਦੇ ਹਾਂ। DE ਜਿਹੜੀ ਹੈ ਉਹ BC ਦੇ ਕਿਹਦੇ ਰੱਖੀਏ, ਪੈਰਲਲ ਦੇ ਰੱਖੀਏ। ਤਾਂ ਆਪਾਂ ਬੇਟਾ ਆਪਾਂ ਕਿਹੜੀ ਥਿਓਰਮ ਜਿਹੜੀ ਹੈ ਉਹ ਯੂਜ਼ ਕਰਾਂਗੇ। ਇਹਦਾ ਮਤਲਬ ਆ ਅਨੁਪਾਤ ਜਿਹੜੇ ਹੈ ਉਹ ਆਪਸ ਵਿੱਚ ਇੱਕ ਦੂਸਰੇ ਦੇ ਬਰਾਬਰ ਹੋ ਜਾਣਗੇ। ਠੀਕ ਹੈ, ਹੁਣ ਦੇਖੋ ਮੁੱਲ ਕਿਹਦੇ ਰੱਖਿਆ, ਇੱਥੇ 2 ਦੇ ਰੱਖਿਆ ਹੈ ਔਰ AB ਦੇ ਰੱਖਿਆ ਆਪਣੇ ਕੋਲ ਪੂਰਾ ਦਾ ਪੂਰਾ AB ਦੇ ਰੱਖਿਆ 5 ਸੈਂਟੀਮੀਟਰ ਔਰ BC 7.5 ਸੈਂਟੀਮੀਟਰ ਦੇ ਰੱਖਿਆ। ਤਾਂ DE ਦਾ ਮੁੱਲ ਪਤਾ ਕਰਨਾ ਹੈ। ਤਾਂ ਥਿਯਰਮਸ ਥਿਓਰਮ ਆਪਾਂ ਨੂੰ ਇਹ ਕਹਿੰਦੀ ਹੈ ਕਿ AD lies
2/5 इज इक्वल्स टू DE अपॉन 7.5। तो DE किदे बराबर आ गई 2 मल्टीप्लाइड बाय 7.5 अपॉन 5। इनू कैंसल करिए तो 1.5 आ गया। तो 1.5 ਨੂੰ ਆਪਾਂ 3 ਦੇ ਨਾਲ ਗੁਣਾ ਕਰਾਂਗੇ ਤਾਂ 2 ਦੇ ਨਾਲ ਗੁਣਾ ਕਰਾਂਗੇ ਤਾਂ 3.03 ਸੈਂਟੀਮੀਟਰ ਆਨਸਰ ਆ ਜਾਏ। क्वेश्चन नंबर 7.3 यही कहता है बेटा ट्रायंगल ABC विच DE BC दे पैरेलल है। ए E दा मुੱਲ दे रखिया है, EC दा मुੱਲ दे रखिया है, AD दा मुੱਲ दे रखिया है ਅਤੇ DB ਦਾ ਮੁੱਲ ਦੇ ਰੱਖਿਆ। ਤੇ X ਦਾ ਮੁੱਲ ਪਤਾ ਕਰੋ ਤਾਂ ਸਿੰਪਲ AD upon DB is equal to AE upon EC। 1 upon 3 is equals to 2x plus 1 upon 4। ਤਾਂ 4x plus 4 is equal to 6x plus 10। ठीक है, ਤਾਂ 6x ਦੇ ਵਿੱਚੋਂ 4x ਮਾਈਨਸ ਹੋਣਗੇ, ਆਪਾਂ ਇੱਧਰ ਲੈ ਜਾਾਂਗੇ ਇਹਨੂੰ, ਔਰ 4 ਵਿੱਚੋਂ 3 ਮਾਈਨਸ ਹੋਊਗਾ 1। ਦਿਸ ਇੰਪਲਾਈਜ਼ x ਦੀ ਕੀਮਤ ਕਿੰਨੀ ਆ ਜਾਏਗੀ 1/2। ਤਾਂ B ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਤਾਂ ਥੇਲਸ ਥਿਓਰਮ ਅਪਲਾਈ ਹੋਈ ਹੈ ਬੇਟਾ ਆਪਣਾ ਸਿੰਪਲੀ। क्वेश्चन नंबर 8 चित्र का अध्ययन करके हेठ लिखिया विचों सही कथन चुनो। हुण तुसीं दो ट्रायंगल्स पर ध्यान दो। इत्थे देखो 3√3 ਦਾ ਜਿਹੜਾ ਡਬਲ ਹੈ ਉਹਦੇ ਰੱਖਿਆ 6√3। ਠੀਕ ਹੈ, ਇਹਨੂੰ ਆਪਾਂ 2 ਨਾਲ ਮਲਟੀਪਲਾਈ ਕੀਤਾ, 3.8 ਨੂੰ 2 ਨਾਲ ਮਲਟੀਪਲਾਈ ਕੀਤਾ ਤਾਂ 7.6 ਆ ਗਿਆ। ਠੀਕ ਹੈ, ਤਾਂ ਇਹ ਪ੍ਰਪੋਰਸ਼ਨ ਦਿਖ ਰਹੀਆਂ ਨੇ ਆਪਾਂ ਨੂੰ ਸਾਈਡ। ਹੁਣ 6 ਜਿਹੜਾ ਹੈ ਉਹਨੂੰ 2 ਨਾਲ ਮਲਟੀਪਲਾਈ ਕਰਕੇ ਇੱਥੇ ਕਿੰਨਾ ਆਉਣਾ ਚਾਹੀਦਾ ਸੀਗਾ 12, ਬਟ ਇਹ ਮਿਸਪ੍ਰਿੰਟ ਹੈ ਇੱਥੇ। ਅਗਰ ਇਹ ਮਿਸਪ੍ਰਿੰਟ ਨਾ ਹੋਵੇ ਤਾਂ ਇਹ ਆਪਣੇ ਕੋਲ ਟ੍ਰਾਇੰਗਲ ਜੋ ਸਿਮਿਲਰ ਹੈ, ਕਿਉਂਕਿ ਜਿਹੜੀਆਂ ਭੁਜਾਵਾਂ ਨੇ ਉਹ ਸਹੀ ਸੇਮ ਅਨੁਪਾਤ ਵਿੱਚ ਹਨ, ਬਰਾਬਰ ਅਨੁਪਾਤ ਦੇ ਵਿੱਚ ਹਨ। ਤਾਂ ਆਪਣਾ PQ ਭੁਜਾ ਹੈ, PQ ਭੁਜਾ ਉਹ ਕਿਹਦੇ ਬਰਾਬਰ ਹੈ BC ਦੇ ਬਰਾਬਰ ਹੈ। ਤਾਂ QP ਭੁਜਾ ਜਿਹੜੀ ਹੈ ਉਹ BC ਦੇ ਪ੍ਰਪੋਰਸ਼ਨੇਟ ਹੈ। ਠੀਕ ਹੈ, ਔਰ ਇਹਦੇ ਨਾਲ ਆਪਾਂ ਲਗਾ ਲਿਆ ਇੱਥੇ R ਔਰ ਇਹਦੇ ਨਾਲ ਲਗਾ ਲਿਆ ਆਪਾਂ A। ਠੀਕ, ਤੇ ਆ ਆਪਣੇ ਪ੍ਰਪੋਰਸ਼ਨਸ ਆ ਗਈਆਂ। QP ਜਿਹੜੀ ਹੈ ਉਹ BC ਦੇ ਪ੍ਰਪੋਰਸ਼ਨੇਟ ਹੈ, PR ਜਿਹੜਾ ਹੈ ਉਹ AC ਦੇ ਪ੍ਰਪੋਰਸ਼ਨੇਟ ਹੈ। ਠੀਕ, ਔਰ ਇਧਰੋਂ QR ਜਿਹੜੀ ਭੁਜਾ ਹੈ QR ਭੁਜਾ ਉਹ AB ਦੇ ਪ੍ਰਪੋਰਸ਼ਨੇਟ ਹੈ। ਹੁਣ ਇਹਦੇ ਵਿੱਚੋਂ ਜੇ ਆਪਾਂ ਦੇਖੀਏ ਤਾਂ ਐਂਗਲ Q ਜਿਹੜਾ ਹੈ ਉਹ B ਦੇ ਬਰਾਬਰ ਹੋਏਗਾ, P C ਦੇ ਬਰਾਬਰ ਹੋਏਗਾ। ਤਾਂ P ਔਰ C ਆਪਸ 'ਚ ਬਰਾਬਰ ਹੈ। ਇਸ ਹਿਸਾਬ ਨਾਲ ਇਹ ਵਾਲੀ ਆਪਸ਼ਨ ਠੀਕ ਹੈ। ਬਟ ਅਗਰ ਆਪਾਂ ਨੂੰ ਪੇਪਰ ਦੇ ਵਿੱਚ ਇਹ ਆ ਜਾਂਦਾ ਹੈ ਕਿ ਇੱਥੇ ਵਾਕਈ ਆਪਣੇ ਕੋਲ 1 ਹੀ ਲਿਖਿਆ ਵਾ ਔਰ ਇੱਥੇ 6 ਲਿਖਿਆ ਵਾ ਹੈ, ਤਾਂ ਆਪਣਾ ਜਿਹੜਾ ਆਪਸ਼ਨ ਹੈ ਉਹ ਨਨ ਆਫ ਥੀਸ ਬਣੇਗਾ। ਫਿਰ ਆਪਣਾ ਆਪਸ਼ਨ ਨਨ ਆਫ ਥੀਸ ਬਣੇਗਾ। ਤੇ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ। ਕੁਐਸਚਨ ਨੰਬਰ 9 ਵੱਲ ਚੱਲਦੇ ਹਾਂ। ਦਿੱਤੇ ਚਿੱਤਰ ਦੇ ਵਿੱਚ ਕੋਣ P ਦਾ ਮੁੱਲ ਪਤਾ ਕਰੋ। ਤਾਂ ਫਾਈਂਡ ਦ ਐਂਗਲ P ਇਨ ਦ ਗਿਵਨ ਪਿਕਚਰ। ਤਾਂ ਬੇਟਾ ਦੋਨੋਂ ਟ੍ਰਾਇੰਗਲਸ ਐਕਚੁਅਲੀ ਸਿਮਿਲਰ ਦੇ ਰੱਖੀਆਂ ਨੇ। ਆ ਤੁਹਾਨੂੰ 3√3 ਦੇ ਰੱਖਿਆ ਔਰ ਆ 6√3 ਦੇ ਰੱਖਿਆ। ਠੀਕ ਹੈ, 3.8 ਦੇ ਰੱਖਿਆ, 7.6 ਦੇ ਰੱਖਿਆ। ਜੋ ਪਿਛਲੀ ਵਾਰੇ ਪ੍ਰਪੋਰਸ਼ਨ ਸੀਗੇ ਨਾ ਬਿਲਕੁਲ ਸੇਮ ਹੀ ਨੇ। ਤਾਂ ਇਹ ਦੋਨੋਂ ਟ੍ਰਾਇੰਗਲਸ ਆਪਸ ਵਿੱਚ ਸਿਮਿਲਰ ਨੇ। ਸੋ ਆ 80 ਹੈ, ਆ 60 ਹੈ, ਤਾਂ ਬਚਿਆ ਹੋਇਆ ਕੋਣ ਆਪਣੇ ਕੋਲ ਕਿੰਨਾ ਆ ਜਾਏਗਾ 40 ਐਂਗਲ ਸਮ ਪ੍ਰੋਪਰਟੀ ਦੇ ਹਿਸਾਬ ਦੇ ਨਾਲ। ਠੀਕ ਹੈ, ਤਾਂ ਇਹਦੇ ਵਿੱਚ ਕੋਣ P ਦਾ ਮੁੱਲ ਪਤਾ ਕਰਨਾ ਚਾਹੁੰਦੇ ਆਪਾਂ, ਤੇ ਕੋਣ P ਜਿਹੜਾ ਹੈ C ਦੇ ਬਰਾਬਰ ਹੈ। ਸੋ ਇਹ ਕਿੰਨਾ ਹੋ ਜਾਏਗਾ ਆਪਣੇ ਕੋਲ 40 ਆਪਸ਼ਨ ਆ ਜਾਏਗਾ। ਦਿੱਤੇ ਚਿੱਤਰ ਵਿੱਚ ਸਮਰੂਪਤਾ ਦੇ ਕਿਸ ਨਿਯਮ ਦੀ ਵਰਤੋਂ ਕੀਤੀ ਗਈ ਹੈ। ਹੁਣ ਤੁਸੀਂ ਧਿਆਨ ਨਾਲ ਦੇਖੋ ਬੇਟਾ, ਆਪਾਂ ਨੂੰ ਦੇਈ ਸਾਈਡਸ ਰੱਖੀਆਂ ਨੇ ਤਾਂ ਆਪਾਂ ਸਾਈਡ ਵਾਲਾ ਹੀ ਇਹਦੇ ਵਿੱਚ ਲਗਾਵਾਂਗੇ SSS, ਕਿਉਂਕਿ ਐਂਗਲ ਤਾਂ ਕੋਈ ਗਿਵਨ ਹੈ ਹੀ ਨਹੀਂ। ਠੀਕ ਹੈ, ਦਿੱਤੇ ਚਿੱਤਰ ਦੇ ਵਿੱਚ ਸਮਰੂਪਤਾ ਦੇ ਕਿਸ ਨਿਯਮ ਦੀ ਵਰਤੋਂ ਕੀਤੀ ਗਈ ਹੈ। ਹੁਣ ਤੁਸੀਂ ਇਸ ਵਾਲੇ ਟ੍ਰਾਇੰਗਲ ਨੂੰ ਦੇਖੋ, ਆ ਆਪਾਂ ਨੂੰ ਐਂਗਲ ਦੇ ਰੱਖਿਆ 70 ਔਰ 80 ਦੇ ਰੱਖਿਆ। ਇਹਦਾ ਮਤਲਬ ਜਿਹੜਾ ਬਚਿਆ ਹੋਇਆ ਕੋਣ ਹੈ ਆ 150 ਹੋ ਗਿਆ, ਤੇ 180 ਵਿੱਚੋਂ ਮਾਈਨਸ ਕਰਾਂਗੇ ਤਾਂ 30 ਡਿਗਰੀ ਬਚ ਗਿਆ। ਇੱਧਰ 80 ਆ 30 ਹੈ, ਤਾਂ ਇਹ ਕਿੰਨਾ ਦੇ ਰੱਖਿਆ 70। ਸੋ ਐਂਗਲ ਸਮਰੂਪਤਾ ਦੇ ਨਾਲ ਇਹ ਟ੍ਰਾਇੰਗਲਸ ਸਮਰੂਪ ਹਨ। ਕੁਐਸਚਨ ਨੰਬਰ 12 ਵੱਲ ਚੱਲਦੇ ਹਾਂ। ਦਿੱਤਾ ਹੈ ਟ੍ਰਾਇੰਗਲ ABC FD ਦੇ ਸਿਮਿਲਰ ਹੈ, ਕੌਂਗਰੂਐਂਟ ਹੈ, ਯਾਨੀ ਕਿ ਭੁਜਾਵਾਂ ਵੀ ਬਰਾਬਰ ਨੇ, ਕੋਣ ਵੀ ਬਰਾਬਰ ਨੇ। AB 5 ਹੈ, B 60 ਹੈ, A 80 ਹੈ। ਤਾਂ ਹੇਠਾਂ ਦਿੱਤਾ ਵਿੱਚੋਂ ਕਿਹੜਾ ਕਥਨ
सच है। सो ਆਪਾਂ ट्रायंगल्स ड्रॉ कर लेंगे बेटे, बनावांगे। ठीक है, और बी दे रखा डी दे, तो इत्थे डी बनावांगे और इत्थे की बनावांगे आपां ई बनावांगे। ठीक है, एंगल तो ए बी आपां नूं इत्थे 5 दे रखा है, तो आ भी कितना हो जाएगा 5 सेंटीमीटर। बी 60 डिग्री है और ए 80 डिग्री है, तो 140 का इसका जोड़ बन गया, तो आ कितना आ गया मेरे को 40 डिग्री बच गया। ठीक है, सो ए एंगल भी कितना आ गया 80 डिग्री, आ 60 डिग्री आ गया, ए आ गया मेरे को 40 डिग्री। हुण देखो इत्थे डी एफ 5 सेंटीमीटर, डी एफ 5, डी एफ 5, तो इन्हां दोनों विच एक ऑप्शन बन सकता है, आ तो बन ही नहीं सकते हैं दोनों। डी एफ 5 तो ई 40 डिग्री आ, ठीक है। सो बी ऑप्शन इज द राइट ऑप्शन। ट्रायंगल ए बी सी, ट्रायंगल पी क्यू आर दे विच ए बी 5, बी सी 4, ए सी 6, पी क्यू आर ਤੇ ਪੀ ਆਰ 6 ਸੈਂਟੀਮੀਟਰ ਹੈ, ਤਾਂ ਕਿਹੜਾ ਕਥਨ ਇਹਦੇ ਵਿੱਚੋਂ ਸੱਚ ਹੈ। ਤਾਂ ਤੁਸੀਂ ਇੱਥੇ ਬੇਟਾ ਟ੍ਰਾਇੰਗਲਸ ਨੂੰ ਡਰਾ ਕਰੋ, ਤਾਂ ਤੁਹਾਨੂੰ ਦਿਖ ਰਿਹਾ ਕਿ 5 4 6 5 4 ਤੇ 6 ਇਹਨਾਂ ਦੀ ਸਾਈਡਸ ਜਿਹੜੀਆਂ ਹੈ ਉਹ ਸੇਮ ਹੀ ਦੇ ਰੱਖੀਆਂ ਨੇ, ਪ੍ਰਪੋਰਸ਼ਨ ਵੀ ਸੇਮ ਹੈ, ਲੇਕਿਨ ਅਸਲ ਦੇ ਵਿੱਚ ਟ੍ਰਾਇੰਗਲਸ ਦੀਆਂ ਸਾਈਡਸ ਬਿਲਕੁਲ ਸੇਮ ਦੇ ਰੱਖੀਆਂ ਨੇ। ਐਸ 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 ਦੇ ਨਾਲ ਆਪਣੇ ਕੋਲ ਇਹ ਟ੍ਰਾਇੰਗਲਸ ਕੀ ਹੋ ਜਾਣਗੀਆਂ, ਕੌਂਗਰੂਐਂਟ ਹੋ ਜਾਣਗੀਆਂ। ਹੁਣ ਇਹਦੇ ਵਿੱਚ ਆਪਾਂ ਦੇਖਣਾ ਇਹਦਾ ਨਾਮ, ਤਾਂ ਏ ਬੀ ਉਹ ਕਿਹਦੇ ਬਰਾਬਰ ਦੇ ਰੱਖੀ ਹੈ ਆਪਣੇ ਕੋਲ, ਪੀ ਕਿਊ ਦੀ। ਇਧਰੋਂ ਬੀ ਦੇ ਨਾਲ ਸੀ ਜੇ ਲਗਾਈਏ ਤਾਂ ਬੀ ਸੀ ਹੋ ਗਿਆ, ਤੇ ਕਿਊ ਆਰ 4 ਆ ਗਿਆ, ਇਹ ਵੀ ਠੀਕ ਹੈ। ਆ ਕਿਊ ਆਰ ਔਰ ਬੀ ਸੀ ਆਪਸ ਵਿੱਚ ਬਰਾਬਰ ਹੋ ਗਏ, ਤਾਂ ਇਹ ਹੋ ਗਏ ਕੌਂਗਰੂਐਂਟ। ਸੋ ਏ ਬੀ ਇਜ਼ ਪੀ ਕਿਊ ਆਰ, सी ऑप्शन इज द राइट ऑप्शन। क्वेश्चन नंबर 14, जेकर ए बी सी सिमिलर है डी ई एफ दे, ए बी 4 है, ई एफ 9 है, डी ई 6 है, डी एफ 12 सेंटीमीटर है, तो ए बी सी का परिमाप पता करो। और डी ई दे रखा है 6 सेंटीमीटर, तो ये हैगे ने समरूप, तो ए बी जिहड़ा है वो डी ई दे सेम प्रपोर्शन दे विच होना चाहिए। 4 गुणा 3/2 किया तो 6 आ गया, या 6 ਨੂੰ ਆਪਾਂ 2/3 ਨਾਲ ਜਦੋਂ ਮਲਟੀਪਲਾਈ ਕਰਾਂਗੇ ਤਾਂ 4 ਆ ਜਾਊਗਾ। ਸੋ 12 ਨੂੰ ਆਪਾਂ ਜਦੋਂ 2/3 ਨਾਲ ਕਰਾਂਗੇ ਤਾਂ ਇਹ ਆ ਜਾਏਗਾ ਆਪਣੇ ਕੋਲ AC ਜੋ ਹੈ ਉਹ ਆ ਜਾਏਗੀ 8 ਸੈਂਟੀਮੀਟਰ, ਔਰ ਜਦੋਂ 9 ਨੂੰ ਆਪਾਂ 2/3 ਨਾਲ ਕਰਾਂਗੇ ਤਾਂ ਇਹ ਆ ਜਾਏਗਾ 6, ਤਾਂ ਆ ਜਾਏਗਾ ਮੇਰੇ ਕੋਲ BC ਆ ਜਾਏਗੀ 6 सेंटीमीटर्स। तो आप ए बी सी का बेटा परिमाप पता करना चाहते हैं, 8 और 6 12, 12 और 6 सी ऑप्शन यानी कि 18 सेंटीमीटर मेरा आंसर आ गया। 18 सेंटीमीटर इज द राइट आंसर। जेकर त्रिकोण ए बी सी डी ई एफ विच बी ई बराबर ने, एफ सी कोण बराबर है और ए बी डी ई का दुगना है, तो दोवें त्रिकोण की हो सकते हैं। देखो बेटा दो कोण आपस विच बराबर दे रखे ने, ठीक है। कोण B बराबर है E दे और कोण F बराबर है C दे, ਤਾਂ एंगल प्रॉपर्टी ਦੇ ਨਾਲ दोनों त्रिकोण समरूप हो, समरूपता ਹਨ, लेकिन साइड्स ਜਿਹੜੀਆਂ है ਉਹ प्रपोर्शन ਚ ਆ ਗਈਆਂ ਨੇ, बराबर नहीं है, इसलिए सर्वंग समता नहीं है। सो दे आर सिमिलर बट नॉट कॉन्ग्रुएंट, नॉट कॉन्ग्रुएंट, ठीक है। जेकर ए बी सी पी क्यू आर इस तरह है कि ए बी 6 सेंटीमीटर, ए सी 7 सेंटीमीटर, क्यू आर 15, पी क्यू 12, तो बी सी ਅਤੇ पी आर ਦੀ ਲੰਬਾਈ ਦਾ ਜੋੜ ਪਤਾ ਕਰੋ। तो क्वेश्चन ਆਪਾਂ ਨੂੰ ਇਸ ਤਰੀਕੇ ਨਾਲ ਦੇ ਰੱਖਿਆ है, ए बी सी एक ट्रायंगल है और पी क्यू आर एक ट्रायंगल है, और ए बी भुजा, ए सी भुजा, पी क्यू भुजा और क्यू आर भुजा दे रखी है। हुण बेटा आपां देखिए कि ए बी तो पी क्यू जिहड़ा है वो 2 नाल मल्टीप्लाई करके 12 सेंटीमीटर अपने कोल आ जाता है, ठीक है। इहदा मतलब ये लगा लो कि पी क्यू का जे आपां हाफ करांगे तो ए बी आ जाऊगी। इसी तरीके नाल जे तुसी ए सी तो पी आर आना चाहते हो तो 7 नूं 2 नाल मल्टीप्लाई कर दो, तो अपने कोल पी आर आ जाएगा 14 सेंटीमीटर, ठीक है। तो 7 तो आप 2 ਨਾਲ ਮਲਟੀਪਲਾਈ ਕਰਕੇ बेटा 15 ਤਾਂ ਬਣ ਨਹੀਂ ਸਕਦਾ ਸੀਗਾ, ਤਾਂ ਇਹ ਤਾਂ ਨਹੀਂ ਹੋਏਗਾ। ਹੁਣ ਆਪਾਂ क्यू आर ਤੋਂ BC ਵੱਲ ਨੂੰ ਜਾਣਾ ਹੈ, ਤਾਂ क्यू आर ਤੋਂ BC ਕਿਵੇਂ ਆ ਜਾਏਗਾ, ਜੇ ਆਪਾਂ ਇਹਨੂੰ ਕਰ ਲਾਂਗੇ ਹਾਫ,
ਤਾਂ ਕਿਊ ਆਰ ਦਾ ਅਗਰ ਆਪਾਂ ਹਾਫ ਕਰਾਂਗੇ दैट इज़ 15/2 ਤਾਂ ਆ ਜਾਏਗਾ ਮੇਰੇ को 7.5 सेंटीमीटर। ਤਾਂ BC आ गया 7.5 सेंटीमीटर। इधरों AC ਜਿਹੜਾ ਹੈ ਉਹ ਕਿੰਨਾ ਆ ਗਿਆ ਮੇਰੇ ਕੋਲ 14 सेंटीमीटर जो कि PR ਦੇ ਬਰਾਬਰ ਹੈ। ਤਾਂ ਦੋਨਾਂ ਦਾ ਜੋੜ ਕਿੰਨਾ ਆ ਜਾਏਗਾ ਬੇਟਾ, ਪਲੱਸ ਕਰਾਂਗੇ ਤਾਂ 14 + 7.5 यानी कि 21.5 सेंटीमीटर्स। बी ऑप्शन राइट ऑप्शन है। 17 क्वेश्चन वाल चलते हैं। त्रिकोण ABCDEF विच यानी कि ट्रायंगल ABC एंड DEF एंगल BE दे बराबर है, एंगल FC दे बराबर है, AB 3 टाइम्स DE, फिर दोवें त्रिकोण हैं। तो बेटा ये साफ साफ पता लग रहा है B और E, C और F इक्वल हो गए तो अपने कोल एंगल कोण समरूपता दे नाल दोनों ट्रायंगल्स की हो जाएंगियां, अपने कोल समरूप हो जाएंगियां यानी कि सिमिलर हो जाएंगियां। तो ये सिमिलर किते लिखिया बेटा, समरूप हैगा इत्थे, सरबंग सम दे नाल समरूप भी इत्थे भी लिखिया, समरूप नहीं ये दोनों ऑप्शन तो हो नहीं सकदियां। इन्हां दोनों विचों हुण चैक करदे हां। हुण आ जाओ तुसीं साइड दे वल बेटा, AB जिहड़ी है 3 टाइम्स ऑफ DE है यानी कि AB DE दे इक्वल नहीं है। AB साइड इज़ नॉट इक्वल टू DE। तो सिमिलैरिटी तो आप देख चुके हैं, समरूपता देख चुके हैं, बट एक कॉन्ग्रुएंट नहीं है। समरूप परंतु सर्वंगसम नहीं। तो ए ऑप्शन अपना सही हो गया, बी ऑप्शन अपना रॉन्ग हो गया, क्योंकि सर्वंगसमता यानी कि कॉन्ग्रुएंसी दे लई तीनों साइड्स भी इक्वल होनी चाहिए और तीनों एंगल्स भी इक्वल होने चाहिए, कोण भी बराबर होण और भुजावां भी बराबर होण। क्वेश्चन नंबर 18, जेकर दो त्रिकोण DEF PQR दे विच कोण DQ दे बराबर है, RE दे बराबर है, तो इन्हां विचों किहड़ा कथन सच नहीं है। सच नहीं है मतलब कि पूछ रहा है विच वन ऑफ दिस इज रॉन्ग, गलत है, ये पूछ रहा है। दोनों ट्रायंगल्स बेटा आप ड्रॉ कर लेंगे। देखो DEF और PQR दे विच अपने कोल कोण E और कोण R बराबर है, कोण D और कोण Q बराबर है, ठीक है। सो अगर आप एंगल सिमिलैरिटी दा रूल लगा के लिख लांगे DEF किदे बराबर होएगा, PQR दे नहीं बेटा, ध्यान नाल देखो, जिथे कोण D है उत्थे की आएगा कोण Q, तो Q पहला आएगा, जिथे E है उत्थे की आएगा अपने कोल R, तो सैकेंड R आएगा, फिर उस तो बाद P आ गया। हुण इसी प्रपोर्शन दे विच अपनी साइड्स लिख लो, DE अपॉन QR, DE और QR लवांगे, EF PR या RP दे बराबर लवांगे और DF QP दे प्रपोर्शनेट लवांगे। तो इस प्रपोर्शन च आपां लिख लिया। हुण आपां अपनी ऑप्शनस चैक करते हैं इहदे नाल किहड़ी सूट करदी है। तो जिहड़ी बेटा आपां ऑप्शनस लिखियां उहदे विचों सिर्फ सैकेंड ऑप्शन अपनी सही है, आ ऑप्शनस अपने कोल गलत ने। सेकेंड ऑप्शन इज द राइट ऑप्शन। क्वेश्चन नंबर 19, दिते चित्र दे विच PQBC दे पैरेलल दे रखी है, AP 4 है, PB 13 है और AC पूरी 20.4 है। तो आप पता करना चाहते AQ की लंबाई, तो AP दे रखा है और PB दे रखा है और इधरों अपने को पूरी दी पूरी जिहड़ी है वो AC दे रखी है, पूछा AQ होया। तो आप प्रपोर्शन किस तरीके ना लिखांगे, क्योंकि PQ BC दे पैरेलल है तो थेल्स थ्योरम लागू हो जाएगी और उहदे हिसाब नाल AP अपॉन पूरी दी पूरी साइड लिखांगे बेटा AB, क्योंकि इधरों आपां नूं AC दे रखी है, और इक्वल टू AQ अपॉन AC, ठीक है। वैल्यूज पुट कर लो, 4/4 + 13, AQ अपॉन 20.4। हुण इहनूं जे आपां सॉल्व करिए तो AQ किहदे बराबर आ जाएगा, 4 × 20.4 अपॉन 13 + 4 कितना आ जाएगा 17। जदों इहनूं सॉल्व करांगे बेटा तो 4.8 सेंटीमीटर्स आंसर आ जाएगा। डी ऑप्शन इज द राइट ऑप्शन। एक बार चेक कर लेते हैं। यस। क्वेश्चन नंबर 20th, नाल लगदे चित्र दे विच इन द गिवन फिगर PQ XY BC तीनों ही पैरेलल ने और AP PX और BX और QY ये चार आपां नूं माप दे रखे हैं और AQ + CY दा एडिशन यानी कि जोड़ पूछा है
ਫਿਗਰ ਡਰਾ ਕਰ ਲੈਂਦੇ ਹਾਂ। ਤਾਂ ਦਿਸ ਇਜ਼ ਦਾ ਗਿਵਨ ਫਿਗਰ, ਠੀਕ ਹੈ, ਇਹ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਇੱਥੇ। ਹੁਣ ਆਪਣੇ ਕੋਲ ਬੇਟਾ 3 ਸਾਈਡਸ ਪੈਰਲਲ ਦੇ ਰੱਖੀਆਂ, PQ, XY और BC। ਤਾਂ ਥੇਲਸ ਥਿਓਰਮ ਐਕਸਟੈਂਡ ਹੋ ਜਾਏਗੀ, ਤਿੰਨੋਂ ਹੀ ਪ੍ਰੋਪੋਰਸ਼ਨ ਲਵਾਂਗੇ, AP, PX और BX, AQ, QY और YC ਪ੍ਰੋਪੋਰਸ਼ਨਸ ਦੇ ਵਿੱਚ ਇਕੁਅਲ ਹੋਣਗੇ। ਹੁਣ ਸਮਝਣੇ ਵਾਲੀ ਗੱਲ ਇਹ ਹੈ ਕਿ PX ਜਿਹੜਾ ਹੈ ਉੱਥੋਂ QY ਕਿਸ ਤਰੀਕੇ ਨਾਲ ਬਣ ਰਿਹਾ, ਜਾਂ QY ਤੋਂ PX ਕਿਵੇਂ ਬਣ ਰਿਹਾ। ਅਗਰ ਆਪਾਂ QY ਨੂੰ 2 ਨਾਲ ਮਲਟੀਪਲਾਈ ਕਰਾਂਗੇ ਤਾਂ 1.5 ਆਨਸਰ ਆਉਂਦਾ, ਜੋ ਕਿ PX ਹੈ। ਜਾਂ ਇਹ ਕਹਿ ਲਓ ਕਿ QY ਨੂੰ 2 ਨਾਲ ਮਲਟੀਪਲਾਈ ਕਰ ਲਓ, ਜਾਂ ਕਹਿ ਲਓ ਕਿ PX ਨੂੰ ਤੁਸੀਂ ਅੱਧਾ ਕਰ ਲਓ। 1.5 ਨੂੰ 2 ਨਾਲ ਡਿਵਾਈਡ ਕਰਾਂਗੇ ਤਾਂ 0.75 ਆ ਜਾਏਗਾ। ਮਲਟੀਪਲਾਈ ਕਰਨਾ ਸੌਖਾ ਹੁੰਦਾ ਨਾ, ਇਸ ਲਈ ਮੈਂ ਐਵੇਂ ਕਰਕੇ ਦੇਖ ਲਿਆ। ਲੇਕਿਨ ਤੁਸੀਂ AP ਤੋਂ AQ ਦੇ ਵੱਲ ਆਉਣਾ ਹੈ ਤਾਂ ਤੁਸੀਂ ਗੁਣਾ 2 ਨਹੀਂ ਕਰਨਾ ਹੈ, ਤੁਸੀਂ ਡਿਵਾਈਡ ਬਾਈ 2 ਕਰਨਾ ਹੈ। ਇਧਰੋਂ ਵੀ ਡਿਵਾਈਡ ਬਾਈ 2 ਕਰਾਂਗੇ ਤਾਂ AQ ਕਿੰਨਾ ਆ ਜਾਏਗਾ ਮੇਰੇ ਕੋਲ 2/2 ਯਾਨੀ ਕਿ 1 ਆ ਜਾਏਗਾ। ਔਰ BX ਕਿੰਨਾ ਹੈਗਾ ਮੇਰੇ ਕੋਲ 4 ਹੈ ਤਾਂ 4/2 ਇਹ ਕਿੰਨਾ ਆ ਜਾਏਗਾ 2। ਔਰ AQ ਔਰ CY ਇਹਦਾ ਜੋੜ ਲੈਣਾ ਸੀ ਨਾ ਬੇਟਾ, ਤਾਂ ਆਨਸਰ ਕਿੰਨਾ ਆ ਜਾਏਗਾ 3 ਸੈਂਟੀਮੀਟਰਸ। ਤਾਂ C ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ABC ਸਿਮਿਲਰ ਹੈ PQR ਦੇ, ਐਂਗਲ A 30, ਐਂਗਲ Q 90, ਤਾਂ ਐਂਗਲ R ਔਰ B ਦੋਨਾਂ ਦਾ ਮੁੱਲ ਪੁੱਛਿਆ ਹੋਇਆ ਹੈ। ਟ੍ਰਾਇੰਗਲ ABC सिमिलर दे रखी है ट्रायंगल PQR दे, यानी कि B और Q कोण सेम ने। Q दे रखा है 90 तो B भी कितना हो जाएगा 90 हो रखा है। एंगल A दे रखा है 30 तो P भी कितना हो जाएगा 30 डिग्री। तो 30 और 90 ਨੂੰ ਆਪਾਂ प्लस करांगे तो कितना आ जाएगा 120 डिग्री, ठीक है। और आ कितना हो जाएगा मेरे को, ਇਹਦਾ मतलब 180 ਦੇ ਵਿੱਚੋਂ 120 माइनस करांगे तो आ जाएगा 60 डिग्री। तो एंगल R भी कितना हो गया 60 डिग्री, ठीक है। हुण R प्लस B का जोड़ 60 डिग्री प्लस 90 डिग्री कितना हो जाएगा आंसर 150 डिग्री। सो C ऑप्शन इज द राइट ऑप्शन। दिते गए चित्र ट्रायंगल ABC विच AD आ जिहड़ा AD दे रखिया वो लंब दे रखिया, इत्थे 90 डिग्री का एंगल बन रहा, और एंगल BAC भी जिहड़ा है वो 90 डिग्री बन रहा। तो BC 16 है और DC 4 है, तो X का मुल पता करो। आप पता करना चाहते हैं तो छोटी ट्रायंगल बेटा और वड्डी ट्रायंगल दोनों को आप सिमिलर प्रूव करांगे, उस तो बाद ये क्वेश्चन सॉल्व होए। तो वो आपां फिगर आ वाली गिवन सीगी। तो दोनों ट्रायंगल्स दे विच ABC और DAC दे विच देखो एंगल A वड्डी ट्रायंगल दे विच 90 है, छोटी दे विच एंगल जिहड़ा है वो D 90 है। एंगल C और एंगल C दोनों ही दे विच ही आ रहे हैं तो कॉमन ने, तो एंगल सिमिलैरिटी लग। वड्डी ट्रायंगल दे विच जिहड़ा AC है वो लंब है वड्डी ट्रायंगल दे विच, तो AC लिख लिया। छोटे दे विच DC लंब है तो DC आ गया, यानी कि परपेंडिकुलर अपॉन परपेंडिकुलर लिख लिया। ओके, हुण फिर वड्डी ट्रायंगल दे विच आ जाओ। BC की है बेटा हाइपोटेन्यूज है, कर्ण है, और छोटी दे विच AC की है इस ट्रायंगल दे लई, इस ट्रायंगल दे लई AC की सीगा हाइपोटेन्यूज, कर्ण है, ठीक है। तो BC अपॉन AC लिख लिया। हुण आपां नूं इत्थे वैल्यूज AC की दे रखिया है X दे रखिया है, DC कितना है 4 है, BC 16 है और A है X। तो दिस इंप्लॉयज X स्क्वायर इज इक्वल्स टू 64। तो X आ गया मेरे को 8 सेंटीमीटर्स। तो C ऑप्शन इज द राइट ऑप्शन। क्वेश्चन 23 वाल चलते हैं। फिगर आपां नूं दे रखी है DE AB दे पैरेलल है, DE AB दे पैरेलल है तो थेल्स थ्योरम तो लगनी है। AB A दे रखा है और DE दे रखा है X, BE दे रखा है B और EC दे रखा है C, ठीक है। X नूं ABC दे रूप विच दर्शाओ। तो आ फिगर गिवन है बेटा, इत्थे आ C गिवन है, मैं तुहानूं उत्थे फिगर एक्सप्लेन कीती ही है। हुण क्योंकि थेल्स थ्योरम लग गई है तो आप DE और AB ए पैरेलल दे रखिया सीगियां, ठीक है। सो DE अपॉन AB इज इक्वल टू EC अपॉन BC, ठीक है। DE की वैल्यू की पुट कर देंगे आप बेटा
x पुट कर लांगे और ए बी ए दे बराबर है, ई सी बराबर है सी दे, और बी ई ਜਿਹੜਾ बी सी है, बी सी पूरा दा पूरा वो बराबर है बी प्लस सी। ठीक है, सो x इज इक्वल्स टू ए सी अपॉन बी प्लस सी। सो बी ऑप्शन इज द राइट ऑप्शन। क्वेश्चन 24 ਦੇ ਵਿੱਚ बेटा ट्रायंगल LMN यानी कि आह वाले ट्रायंगल और ABC आह वाले ट्रायंगल ਇਹਦੇ ਮਾਪ ਦੇ ਰੱਖੇ ਹਨ। ਸਾਈਡ AC ਦੀ ਲੰਬਾਈ ਅਸੀਂ ਪਤਾ ਕਰਨਾ ਚਾਹੁੰਦੇ ਹਾਂ, ਤਾਂ ਮੈਨੂੰ ਥੋੜਾ ਜਿਹਾ ਜ਼ੂਮ ਕਰ ਦਿੰਦੀ ਹੈ। ਆਈ ਹੋਪ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਤਾਂ ट्रायंगल LMN ਦੇ ਵਿੱਚ M 130 ਡਿਗਰੀ ਦੇ ਰੱਖਿਆ ਹੈ और एन दे रखा 28 डिग्री। तो सब तो पहले आप एंगल एल फाइंड आउट कर लीए। एंगल एल अपने को आ जाएगा 22 डिग्री जो कि एंगल ए दे बराबर है, एंगल ए दे बराबर है। सो 130 डिग्री एम और बी बराबर हो गए, एल और ए बराबर हो गए, उधरों एन और सी भी बराबर ही है। ਇਹਦਾ मतलब एंगल एंगल सिमिलरिटी ਦੇ ਨਾਲ ਦੋਨੋਂ ट्रायंगल्स की हो गई अपने को सिमिलर हो गई, ਤਾਂ ਸਾਈਡਸ ਪ੍ਰੋਪੋਰਸ਼ਨੇਟ ਹੋਣਗੀਆਂ। ठीक है, ਹੁਣ ਤੁਸੀਂ ਇੱਥੇ ਦੇਖੋ ਕਿ AB ਜੋ ਸਾਈਡ ਹੈ ਉਹਨੂੰ ਜਦੋਂ ਆਪਾਂ 9 ਦੇ ਨਾਲ ਮਲਟੀਪਲਾਈ ਕਰਦੇ ਹਾਂ ਤਾਂ LM ਸਾਈਡ ਆ ਜਾਂਦੀ ਹੈ 45 ਡਿਗਰੀ। ਤਾਂ ਆਹ ਸਾਈਡ ਜਿਹੜੀ ਆ ਉਹ ਪ੍ਰੋਪੋਰਸ਼ਨੇਟ ਹੋ ਗਈ 9 ਨਾਲ ਮਲਟੀਪਲਾਈ ਕਰਕੇ ਆ ਗਈ, ਜਾਂ ਇਹ ਕਹਿ ਲਓ 45 ਨੂੰ 9 ਨਾਲ ਡਿਵਾਈਡ ਕਰਾਂਗੇ ਤਾਂ 5 ਆ ਜਾਂਦਾ ਹੈ। ਹੁਣ ਅਸੀਂ ਪਤਾ ਕਰਨਾ ਚਾਹੁੰਦੇ ਹਾਂ ਸਾਈਡ AC। ਸੋ 72 ਨੂੰ ਆਪਾਂ 8 ਦੇ ਨਾਲ 72 ਨੂੰ ਆਪਾਂ 9 ਦੇ ਨਾਲ ਡਿਵਾਈਡ ਕਰਾਂਗੇ ਤਾਂ ਆਨਸਰ ਆ ਜਾਏਗਾ 8 ਸੈਂਟੀਮੀਟਰਸ। ਸੋ ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਜੇਕਰ ABC PQR ਸਿਮਿਲਰ ਹਨ ਤਾਂ ਸਾਡੇ ਕੋਲ ABQR BC PR CA upon PQ ਹੈ, ਤਾਂ ਇਸ ਸਿਮਿਲੈਰਿਟੀ ਨੂੰ ਕਿਸ ਤਰੀਕੇ ਨਾਲ ਲਿਖਿਆ ਜਾਊਗਾ। ਬਹੁਤ ਹੀ ਬੇਸਿਕ ਜਿਹਾ ਕੁਐਸਚਨ ਹੈ ਬੇਟਾ, ਬਟ ਇਹਦੇ ਵਿੱਚ ਬੱਚੇ ਬਹੁਤ ਕਨਫਿਊਜ਼ ਹੋ ਜਾਂਦੇ ਨੇ। ਤੁਸੀਂ ਇਸ ਚੀਜ਼ ਪਰ ਧਿਆਨ ਦਿਓ ਕਿ AB और BC इधर QR ਤੇ PR, R और R रिपीट हो रहा, B और B रिपीट हो रहा। ਇਹਦਾ मतलब B और R एंगल आपस ਵਿੱਚ ਸੇਮ ਨੇ। A ਤਾਂ A ਕਿਹਦੇ ਬਰਾਬਰ ਰਹਿ ਗਿਆ, ਹੁਣ A ਐਂਗਲ ਜੋ ਹੈ ਉਹ ਕਿਹਦੇ ਬਰਾਬਰ ਆ ਗਿਆ, Q ਦੇ ਬਰਾਬਰ ਆ ਗਿਆ। ਤਾਂ C ਕਿਹਦੇ ਬਰਾਬਰ ਆ ਗਿਆ, P ਦੇ। ਆਪਣੇ ਕੋਲ ਐਂਗਲਸ ਜਿਹੜੇ ਹੈ ਉਹ ਸੇਮ ਆ ਗਏ। ਹੁਣ ਆਪਾਂ ਇਹ ਐਂਗਲਸ ਜਿਹੜੇ ਹੈ ਉਹ ਇਸ ਚਾਰੋਂ ਆਪਸ਼ਨ ਦੇ ਵਿੱਚ ਲੱਭਣਾ ਕਿ ਕਿੱਥੇ ਸਹੀ ਬੈਠ ਰਹੇ ਨੇ। ਇਹੀ ਤਰੀਕਾ ਬੇਟਾ ਇਸ ਕੁਐਸਚਨ ਨੂੰ ਸੋਲਵ ਕਰਨ ਦਾ। ਤੁਸੀਂ ਆਪਣੇ ਆਪ ਨਾਮ ਲਿਖਣ ਲੱਗੋਗੇ ਤਾਂ ਗਲਤ ਹੀ ਲਿਖ ਦੋਗੇ। ठीक है, ਹੁਣ ਦੇਖੋ A Q ਦੇ ਬਰਾਬਰ, A ਜਿਹੜਾ ਹੈ ਇੱਥੇ ਤਾਂ P ਦੇ ਬਰਾਬਰ ਆ ਗਿਆ ਤਾਂ ਆਪਸ਼ਨ ਗਲਤ ਹੋ ਗਿਆ। ਇੱਥੇ A ਕਿਹਦੇ ਬਰਾਬਰ ਆ ਗਿਆ, Q ਦੇ, ਇਹ ਸਹੀ ਹੋ ਸਕਦਾ ਹੈ। ਇੱਥੇ A ਕਿਹਦੇ ਬਰਾਬਰ ਆ ਗਿਆ, P ਦੇ ਸੌਰੀ R ਦੇ, ਇਹ ਵੀ ਗਲਤ ਹੋ ਗਿਆ। ਇੱਥੇ A ਕਿਹਦੇ ਬਰਾਬਰ ਆ ਗਿਆ, R ਦੇ, ਇਹ ਵੀ ਗਲਤ ਹੋ ਗਿਆ। A Q ਦੇ ਬਰਾਬਰ ਸਿਰਫ B ਆਪਸ਼ਨ ਚ ਹੈ, ਤਾਂ B ਆਪਸ਼ਨ ਰਾਈਟ ਹੈ। ਸੋ ਤੁਸੀਂ ਇੱਥੋਂ ਨਾਮ ਲੱਭ ਕੇ ਐਂਗਲਸ ਬਰਾਬਰ ਕਰ ਲਓ। ਠੀਕ ਹੈ, ਦੋ ਸਮ ਦੋ ਭੁਜੀ ਤਿਕੋਣ ਸਰਬੰਗ ਸਮ ਹੁੰਦੇ ਹਨ ਜੇਕਰ। ਇਹਦਾ ਬੇਟਾ ਮੈਂ ਤੁਹਾਨੂੰ ਇੰਗਲਿਸ਼ ਵਿੱਚ ਵੀ ਦੱਸ ਦਿੰਦੀ ਹਾਂ। ਇੰਗਲਿਸ਼ ਵਿੱਚ ਬੇਟਾ ਇਹ ਸਟੇਟਮੈਂਟ ਹੈ, ਟੂ ਆਈਸੋਸੇਲਸ ਟ੍ਰਾਇੰਗਲਸ ਆਰ ਕੌਂਗਰੂਐਂਟ ਇਫ ਬਰਾਬਰ ਆਧਾਰ ਹੋਣ, ਦੇ ਹੈਵ ਇਕੁਅਲ ਬੇਸਿਸ, ਦੇ ਹੈਵ ਸੇਮ ਪੈਰੀਮੀਟਰ, ਦੇ ਹੈਵ ਸੇਮ ਏਰੀਆ। ਤਾਂ ਇਹਦੇ ਵਿੱਚ ਬੇਟਾ ਸਿਰਫ ਬੀ ਆਪਸ਼ਨ ਰਾਈਟ ਹੈ। ਇਫ ਦੇ ਹੈਵ ਦ ਸੇਮ ਵਰਟੈਕਸ ਐਂਗਲ ਐਂਡ ਵਨ ਸਾਈਡ ਇਕੁਅਲ, ਬਰਾਬਰ ਸਿਖਰ ਕੋਣ ਅਤੇ ਇੱਕ ਭੁਜਾ ਬਰਾਬਰ ਹੋਵੇ। ਦੋ ਸਮ ਦੋ ਭੁਜੀ ਤਿਕੋਣ ਬਰਾਬਰ ਹੋ ਜਾਂਦੇ ਹਨ। ਠੀਕ ਹੈ, ਕਿਉਂਕਿ ਜੇ ਇੱਕ ਭੁਜਾ ਬਰਾਬਰ ਹੋ ਜਾਵੇ ਤਾਂ ਇਹਦਾ ਮਤਲਬ ਦੋ ਭੁਜਾਵਾਂ ਬਰਾਬਰ ਨੇ, ਤਾਂ SAS ਆਪਣੇ ਕੋਲ ਕੌਂਗਰੂਐਂਸੀ ਲੱਗ ਜਾਏਗੀ। 27 ਦੋ ਸਰਬੰਗ ਸਮ ਤਿਕੋਣਾਂ ਦੇ ਵਿੱਚ ਇਹ ਹੁੰਦੇ ਹਨ। ਅਗਰ ਕੌਂਗਰੂਐਂਟ ਟ੍ਰਾਇੰਗਲਸ ਹੈਗੀਆਂ ਨੇ ਤਾਂ ਕੀ ਹੋਏਗਾ, ਕੌਂਗਰੂਐਂਟ ਟ੍ਰਾਇੰਗਲਸ ਹੈ ਬਰਾਬਰ ਅਨੁਸਾਰੀ ਭੁਜਾਵਾਂ, ਇਕੁਅਲ ਕੋਰਸਪੋਂਡਿੰਗ ਸਾਈਡਸ ਬਿਲਕੁਲ ਹੁੰਦਾ ਹੈ, ਦੇ ਹੈਵ ਇਕੁਅਲ ਏਰੀਆ ਬਿਲਕੁਲ ਹੁੰਦਾ ਹੈ, ਬਰਾਬਰ ਅਨੁਸਾਰੀ ਕੋਣ, ਇਕੁਅਲ ਕੋਰਸਪੋਂਡਿੰਗ ਐਂਗਲਸ AB ਹੁੰਦਾ। ਯਾਨੀ ਕਿ ਇਹਦਾ ਆਪਸ਼ਨ ਕੀ ਬਣਦਾ ਆਪਣੇ ਕੋਲ, ਇਹ ਸਾਰੇ ਡੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਕੁਐਸਚਨ ਨੰਬਰ 28 ਦੋ ਸਰਬੰਗ ਸਮ ਆਕਾਰਾਂ ਵਿੱਚ ਹਮੇਸ਼ਾ ਇਹ ਹੁੰਦਾ ਹੈ। ਟੂ ਕੌਂਗਰੂਐਂਟ
ਫਿਗਰਸ ਆਲਵੇਜ਼ ਹੈਵ ਇੱਕੋ ਖੇਤਰਫਲ ਅਤੇ ਆਕਾਰ, ਇੱਕੋ ਕੋਣ ਪਰ ਵੱਖ-ਵੱਖ ਭੁਜਾਵਾਂ। ਜੇ ਸਰਬੰਗ ਸਾਹਮਣੇ ਕੌਂਗਰੂਐਂਟ ਨੇ ਤਾਂ ਸਾਈਡਸ ਅਲੱਗ-ਅਲੱਗ ਨਹੀਂ ਹੋ ਸਕਦੀਆਂ। ਸਿਰਫ ਇੱਕੋ ਘੇਰਾ ਨਹੀਂ, ਘੇਰਾ ਕੀ ਉਹਨਾਂ ਦੇ ਐਂਗਲਸ ਵੀ ਬਰਾਬਰ ਹੁੰਦੇ ਨੇ। ਕੋਈ ਨਹੀਂ, ਇਹ ਆਪਸ਼ਨ ਨਹੀਂ ਹੈ। ਇੱਕੋ ਖੇਤਰਫਲ ਅਤੇ ਆਕਾਰ, ਸੇਮ ਏਰੀਆ ਐਂਡ ਸ਼ੇਪ। ਬੇਟਾ ਕਿਉਂ? ਕਿਉਂਕਿ ਅਗਰ ਦੋ ਫਿਗਰਸ ਕੌਂਗਰੂਐਂਟ ਨੇ ਤਾਂ ਉਹਨਾਂ ਦਾ ਜਿਹੜਾ ਆਕਾਰ ਹੈ ਯਾਨੀ ਕਿ ਸ਼ੇਪ, ਔਰ ਜਿਹੜਾ ਉਹਨਾਂ ਦਾ ਮਾਪ ਹੈ ਯਾਨੀ ਕਿ ਮੈਜ਼ਰਮੈਂਟ, ਤਾਂ ਜਨਰਲੀ ਉਹ ਕੀ ਹੁੰਦੀਆਂ ਨੇ? ਸਾਈਡਸ। ਇਹ ਕੀ ਹੋਣਗੀਆਂ? ਇਕੁਅਲ। ਅਗਰ ਮੈਜ਼ਰਮੈਂਟ ਬਰਾਬਰ ਹੈ, ਸ਼ੇਪ ਵੀ ਬਰਾਬਰ, ਤਾਂ ਖੇਤਰਫਲ ਯਾਨੀ ਕਿ ਏਰੀਆ ਵੀ ਬਰਾਬਰ ਹੋਵੇਗਾ। ਕੁਐਸਚਨ ਨੰਬਰ 29, ਜੇ ਦੋ ਤਿਕੋਣ ਇੱਕੋ ਆਧਾਰ ਤੇ ਹੋਣ, ਇੱਕੋ ਸਮਾਂਤਰ ਰੇਖਾਵਾਂ ਦੇ ਵਿਚਕਾਰ ਹੋਣ ਤਾਂ ਉਹਨਾਂ ਦੇ ਖੇਤਰਫਲ ਕਿਹੋ ਜਿਹੇ ਹੁੰਦੇ ਹਨ? If two triangles have the same base lie between the same parallels, then their area are equal। ਬੇਟਾ ਤੁਸੀਂ ਇਹ 9th ਕਲਾਸ ਦੇ ਵਿੱਚ ਕਰਦੇ ਹੋ। ਕਿਸ ਤਰੀਕੇ ਨਾਲ ਤੁਸੀਂ ਇਹ ਬਣਾਉਂਦੇ ਹੁੰਦੇ ਸੀਗੇ ਫਿਗਰ, ਅਗਰ ਤੁਹਾਨੂੰ ਯਾਦ ਹੋਵੇ। ਆਹ ਦੇਖੋ, ਅਗਰ ਮੈਂ ਦੋ ਪੈਰਲਲ ਲਾਈਨਸ ਡਰਾ ਕਰ ਲਵਾਂ, ਆਪਾਂ ਇੱਥੇ ਦੋ ਪੈਰਲਲ ਲਾਈਨਸ ਲੈ ਲੈਂਦੇ ਹਾਂ, ਠੀਕ ਹੈ। ਆ ਇੱਕ ਪੈਰਲਲ ਲਾਈਨ ਆ ਗਈ, ठीक है, और आ दूसरी पैरेलल लाइन आ गई, ठीक है, ओके। और इस पैरेलल लाइन दे विच आपां की बनाया है? आ एक त्रिकोण आ बनाते, और इसी आधार दे उपर आपां एक त्रिकोण आ बनाते। तां जिहड़ा त्रिकोण ए बी सी है और जिहड़ा बी डी सी है, ठीक है, आ वाला त्रिकोण इहदा आधार की है? बी सी है, ठीक है। और आ त्रिकोण ਇਹਦਾ ਆਧਾਰ ਕੀ ਹੈ? BC ਹੈ। ਦੋਨਾਂ ਦਾ ਸੇਮ ਆਧਾਰ ਹੈ, ਸੇਮ ਬੇਸ ਹੈ BC, ਔਰ ਸੇਮ ਪੈਰਲਲ ਲਾਈਨਸ ਨੇ L ਤੇ M। ਤਾਂ ਇਹਨਾਂ ਦਾ ਏਰੀਆ ਕੀ ਹੋਏਗਾ? ਇਕੁਅਲ ਹੋਵੇਗਾ। ਇੱਕੋ ਆਧਾਰ ਤੇ ਇੱਕੋ ਸਮਾਂਤਰ ਰੇਖਾਵਾਂ ਦੇ ਵਿਚਕਾਰ ਬਣੇ ਕੋਣਾਂ ਦਾ ਖੇਤਰਫਲ ਬਰਾਬਰ ਹੁੰਦਾ ਹੈ। ਇਟ ਇਜ਼ ਇਕੁਅਲ। ਕੁਐਸਚਨ 30th ਵੱਲ ਚੱਲਦੇ ਹਾਂ। ਹੇਠਾਂ ਦਿੱਤੇ ਵਿੱਚੋਂ ਕਿਹੜੇ ਤਿਕੋਣਾਂ ਦੇ ਜੋੜੇ ਸਰਬੰਗ ਸਮ ਹਨ? 31st ਕੁਐਸਚਨ। ਪਹਿਲਾਂ 30th ਕੁਐਸਚਨ ਚੱਲਦੇ ਹਾਂ। ਜੇ ਦੋ ਤਿਕੋਣ ਸਰਬੰਗ ਸਮ ਹਨ ਤਾਂ ਉਹਨਾਂ ਦੀਆਂ ਸੰਬੰਧਿਤ ਮੱਧਿਕਾਵਾਂ, if two triangles are congruent then their corresponding medians, ਉਹ ਵੀ ਕੀ ਹੋਣਗੇ ਬੇਟਾ? ਬਰਾਬਰ ਹੀ ਹੋਣਗੇ। 31st, ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਤਿਕੋਣਾਂ ਦੇ ਜੋੜੇ ਸਰਬੰਗ ਸਮ ਹਨ? ABC ਅਤੇ DEF ਦੇ ਵਿੱਚ AB DE ਦੇ ਬਰਾਬਰ ਹੈ, ਇੱਕ ਭੁਜਾ ਬਰਾਬਰ। BC EF ਦੇ ਬਰਾਬਰ ਹੈ, BC EF ਦੇ ਬਰਾਬਰ ਹੈ, ਔਰ B और E ਕੋਣ ਬਰਾਬਰ ਹੈ। B और E ਕੋਣ ਬਰਾਬਰ ਹੈ ਤਾਂ SAS ਸਰਬੰਗ ਸਮਤਾ ਦੇ ਨਾਲ ਇਹ ਜੋੜਾ ਸਰਬੰਗ ਸਮ ਹੋ ਗਿਆ। ਕੁਐਸਚਨ ਨੰਬਰ 32, DEF ਟ੍ਰਾਇੰਗਲ ABC ਦੀਆਂ ਭੁਜਾਵਾਂ BC CA AB ਦੇ ਕ੍ਰਮਵਾਰ ਮੱਧ ਬਿੰਦੂ ਹਨ ਤਾਂ ਤਿਕੋਣ DEF ABC ਦੇ ਖੇਤਰਾਂ ਦਾ ਅਨੁਪਾਤ ਕੀ ਹੋਵੇਗਾ? DEF, they are midpoints of sides AB, AC and BC. Then ratio of the areas of triangle DEF and ABC are। ਹੁਣ ਦੇਖੋ ਬੇਟਾ, जो DEF ट्रायंगल है, अगर मैं इन्हू नंबरिंग दे देवां तो 1 नंबर और आ 2 3 और आ 4, और ये चारों ट्रायंगल्स का एरिया जो है खेत्रफल की है वो इक्वल है, बिकॉज DEF दे आर मिड पॉइंट्स, ठीक है। सो वड्डी ट्रायंगल अगर आप गल करिए तो ਉਹਦੇ ਵਿੱਚ 4 छोटी ट्रायंगल्स आ गई ने, ठीक है। सो ABC ਦਾ एरिया 4 टाइम्स है DEF दे, ठीक है। ਹੁਣ ਇਹਨੇ ਕੀ ਪੁੱਛਿਆ? DEF and ABC they are in proportion, so DEF upon ABC ਕਰਾਂਗੇ ਤਾਂ 1/4 ਆ ਜਾਏਗਾ, ਠੀਕ ਹੈ। So option B is the right option. Question number 23, quadrilateral ABCD and quadrilateral PQRS they are similar, okay, then the value of x is। ਹੁਣ ਦੇਖੋ बेटा आ x और इधर 15 यूनिट्स दे रखा है, आ दे रखा है 8 और आ दे रखा है 20।
ਸੋ ਅਗਰ ਮੈਂ ਇਹਨੂੰ ਪ੍ਰਪੋਰਸ਼ਨ ਦੇ ਵਿੱਚ ਲਿਖਾਂ, ਸੋ x upon 15 is equals to 8 upon 20। ਇਹਨੂੰ ਸੋਲਵ ਕਰ ਲੈਂਦੇ ਹਾਂ। ਠੀਕ ਹੈ, 15 ਨੂੰ ਇੱਧਰ ਮਲਟੀਪਲਾਈ ਕਰ ਦੋ, 5 4s are 5 3s are 4 2s are, x is 6 units। so C option। question number 34th, ਹੇਠਾਂ ਦਿੱਤੇ ਚਿੱਤਰ ਦੇ ਵਿੱਚ QA is perpendicular to AB, PA is perpendicular to AB, PB is perpendicular to AB, then AQ, और AQ ਦੀ ਆਪਾਂ ਨੂੰ ਲੈਂਥ ਪਤਾ ਕਰਨੀ ਹੈ। ਤਾਂ ਬੇਟਾ ਇਹ ਦੋਨੋਂ ਟ੍ਰਾਇੰਗਲਸ ਸਿਮਿਲਰ ਨੇ। ਫਸਟ ਆਫ ਆਲ ਆਰ ਐਂਗਲਸ 90 ਡਿਗਰੀ ਦੇ ਐਂਗਲਸ ਹੋ ਗਏ। ਫਿਰ ਐਂਗਲ O ਦੇ ਉੱਪਰ ਵਰਟੀਕਲੀ ਅਪੋਜ਼ਿਟ ਐਂਗਲਸ ਬਣ ਰਹੇ, ਤਾਂ ਐਂਗਲ ਸਿਮਿਲੈਰਿਟੀ ਦੇ ਨਾਲ ਆਪਣੇ ਕੋਲ ਟ੍ਰਾਇੰਗਲਸ ਆ ਗਿਆ ਸਿਮਿਲਰ। ਸੋ ਸਾਈਡਸ ਵਿਲ ਬੀ ਇਨ ਪ੍ਰਪੋਰਸ਼ਨ। ਠੀਕ ਹੈ, ਸੋ 9 upon AQ ਵਿਲ ਬੀ ਇਕੁਅਲ ਟੂ 6 upon 10। ਠੀਕ, ਇਹਨੂੰ ਸੋਲਵ ਕਰ ਲੈਂਦੇ ਆ, ਤਾਂ 10 ਇੱਧਰ ਆ ਜਾਏਗਾ ਔਰ 6 ਇੱਧਰ ਆ ਜਾਏਗਾ। AQ ਨੂੰ ਦੂਸਰੇ ਪਾਸੇ ਲੈ ਜਾਂਦੇ ਆ, 2 3s are 6, 2 5s are 10, 3 3s are 9, so 3 5s are 15 centimeter is the answer। so question number 34th ਬੇਟਾ ਲਾਸਟ ਸੀਗਾ ਇਸ ਅਸਾਈਨਮੈਂਟ ਦੇ ਵਿੱਚ। ਆਈ ਹੋਪ ਤੁਹਾਨੂੰ ਕਾਫੀ ਅਸਾਈਨਮੈਂਟ ਸਮਝ ਆਈ ਹੋਊਗੀ। ਫਿਰ ਵੀ ਤੁਹਾਨੂੰ ਕੋਈ ਜੋ ਡਾਊਟਸ ਨੇ ਤਾਂ ਮੇਰਾ WhatsApp ਨੰਬਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਗਿਵਨ ਹੈ, ਤੁਸੀਂ ਉੱਥੇ ਆਪਣੇ ਕੁਐਸਚਨਸ ਦੀ ਪਿਕ ਸ਼ੇਅਰ ਕਰ ਸਕਦੇ ਹੋ ਔਰ ਆਪਣੇ ਡਾਊਟਸ ਨੂੰ ਕਲੀਅਰ ਕਰ ਸਕਦੇ ਹੋ। ਜੇ ਤੁਸੀਂ ਇਸ ਚੈਨਲ ਪਰ ਨਵੇਂ ਹੋ ਤਾਂ ਇਸ ਚੈਨਲ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਸਾਰੀ ਸ਼ੀਟ ਦਾ ਤੁਸੀਂ ਪ੍ਰਿੰਟ ਆਊਟ ਲਓ ਔਰ ਆਪਣੀ ਫੇਅਰ ਕਾਪੀ ਪਰ ਇਹਨੂੰ ਸੋਲਵ ਕਰੋ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।